Good morning, students. Now we are going to discuss our topic, that is the topologies. Previous chapter ਦੇ ਵਿੱਚ previous topic ਦੇ ਵਿੱਚ ਆਪਾਂ ਕੀਤਾ ਸੀ network ਹਾਰਡਵੇਅਰ। ਇਹ ਆਪਾਂ ਡਿਸਕਸ ਕਰ ਰਹੇ ਹਾਂ ਨੈਟਵਰਕ ਸੌਫਟਵੇਅਰ ਐਂਡ ਉਹਦੇ ਵਿੱਚ ਆਪਾਂ ਟਾਈਪਸ ਕੀਤੀਆਂ ਸੀ। ਨਾਓ ਵੀ ਆਰ ਗੋਇੰਗ ਟੂ ਡਿਸਕਸ ਦਾ ਟੋਪੋਲੋਜੀਜ਼। ਟੋਪੋਲੋਜੀ ਕੀ ਹੁੰਦੀ ਹੈ? ਦਿਸ ਇਜ਼ ਦਾ ਟਰਮ ਰੈਫਰ ਟੂ ਦਾ ਵੇ ਇਨ ਵਿਚ ਵੇਰੀਅਸ ਨੋਡਸ ਔਰ ਕੰਪਿਊਟਰਸ ਆਰ ਲਿੰਕਡ ਟੂਗੈਦਰ। ਕਿ ਕਿਸੇ ਵੀ ਨੈਟਵਰਕ ਦੇ ਵਿੱਚ ਜਿਹੜੀਆਂ ਡਿਵਾਈਸਿਸ ਨੇ ਜਾਂ ਕੰਪਿਊਟਰਸ ਨੇ ਇੱਕ ਦੂਸਰੇ ਨਾਲ ਕਿਵੇਂ ਅਟੈਚਡ ਹੈ, ਤਾਂ ਉਹਦੇ 'ਤੇ ਬੇਸਡ ਬਣਦੀਆਂ ਟੋਪੋਲੋਜੀਜ਼। ਠੀਕ ਹੈ, ਜਿਵੇਂ ਇਹ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੋਇਆ। ਇਸ ਡਾਇਗਰਾਮ ਦੇ ਵਿੱਚ ਕੀ ਇੱਕ ਸੈਂਟਰ 'ਚ ਹੱਬ ਹੈ, ਉਹਦੇ ਨਾਲ ਡਿਵਾਈਸਿਸ ਆ ਜਿਹੜੀਆਂ ਅਟੈਚ ਕੀਤੀਆਂ ਹੋਈਆਂ। ਇਹਨੂੰ ਇਹ ਵੀ ਇੱਕ ਟੋਪੋਲੋਜੀ ਹੈ ਕਿ ਡਿਵਾਈਸਿਸ ਆ ਜਿਹੜੀਆਂ ਹੱਬ ਦੇ ਨਾਲ ਅਟੈਚਡ ਹੈ ਅਤੇ ਸਟਾਰ ਫਾਰਮ ਦੇ ਵਿੱਚ ਲੱਗੀਆਂ ਹੋਈਆਂ। ਦਿਸ ਇਜ਼ ਅ ਟੋਪੋਲੋਜੀ ਐਂਡ ਦਿਸ ਇਜ਼ ਆਲਸੋ ਅ ਟੋਪੋਲੋਜੀ ਕਿ ਇੱਕ ਸਿੰਗਲ ਲਾਈਨ ਦੇ ਨਾਲ ਡਿਵਾਈਸਿਸ ਅਟੈਚ ਹੈ। ਦੈਟ ਮੀਨ ਟੋਪੋਲੋਜੀ ਕੀ ਹੁੰਦੀ ਹੈ ਕਿ ਸਾਡੀਆਂ ਡਿਵਾਈਸਿਸ ਇੱਕ ਨੈਟਵਰਕ ਦੇ ਵਿੱਚ ਇੱਕ ਦੂਸਰੇ ਦੇ ਨਾਲ ਕਿਵੇਂ ਅਟੈਚਡ ਹੈ। ਦੈਟ ਇਜ਼ ਟੋਪੋਲੋਜੀ। ਐਂਡ ਇਹਦੀਆਂ ਟਾਈਪਸ ਕੀ ਨੇ ਟੋਪੋਲੋਜੀਜ਼ ਦੀਆਂ? ਬਸ, ਰਿੰਗ, ਸਟਾਰ, ਮੈਸ਼, ਟਰੀ, ਹਾਈਬ੍ਰਿਡ। In this topic, in this video we will discuss the three topologies: bus, ring and star. First, what is bus topology? We will discuss from the diagram. ਬਸ ਟੋਪੋਲੋਜੀ 'ਚ ਕੀ ਹੁੰਦਾ? ਸਾਡੇ ਕੋਲ ਇੱਕ ਸਿੰਗਲ ਲਾਈਨ ਹੁੰਦੀ ਹੈ। ਦਿਸ ਇਜ਼ ਦਾ ਮੇਨ ਕੇਬਲ ਜਿਹਦੇ ਨਾਲ ਅਸੀਂ ਡਿਵਾਈਸਿਸ ਅਟੈਚ ਕੀਤੀਆਂ ਹੋਈਆਂ ਨੇ। ਜਿਵੇਂ ਡਾਇਗਰਾਮ 'ਚ ਆਪਾਂ ਦੇਖ ਸਕਦੇ ਹਾਂ, ਸਾਡੇ ਕੋਲ ਇੱਕ ਮੇਨ ਕੇਬਲ ਜਾ ਰਹੀ ਹੈ, ਉਹਦੇ ਨਾਲ ਨੋਡ 1 ਦੈਟ ਮੀਨ ਦਿਸ ਇਜ਼ ਅ ਕੰਪਿਊਟਰ ਜਾਂ ਡਿਵਾਈਸ, ਨੋਡ 1, ਨੋਡ 2, ਨੋਡ 3, ਨੋਡ 4। ਤਾਂ ਇਹ ਮੇਨ ਲਾਈਨ ਦੇ ਨਾਲ ਜਿਹੜੀ ਲਾਈਨ ਦੇ ਨਾਲ ਡਿਵਾਈਸ ਅਟੈਚ ਹੁੰਦੀ ਹੈ, ਦਿਸ ਇਜ਼ ਕਾਲਡ ਅ ਡਰੋਪ ਲਾਈਨ। ਠੀਕ ਹੈ, ਮੇਨ ਕੇਬਲ ਦੇ ਨਾਲ ਡਿਵਾਈਸ ਜਿਸ ਤਾਰ ਨਾਲ ਅਟੈਚ ਕਰਦੇ ਹਾਂ ਦੈਟ ਇਜ਼ ਕਾਲਡ ਡਰੋਪ ਲਾਈਨ। ਸਾਰੀਆਂ ਡਿਵਾਈਸਿਸ ਮੇਨ ਕੇਬਲ ਦੇ ਨਾਲ ਡਰੋਪ ਲਾਈਨ ਦੇ ਨਾਲ ਅਟੈਚ ਹੁੰਦੀਆਂ ਨੇ। ਦੋਨਾਂ ਦੇ ਐਂਡ 'ਤੇ ਕੀ ਲੱਗਿਆ ਹੋਇਆ ਦੋਨੋਂ ਸਾਈਡ? ਦਿਸ ਇਜ਼ ਟਰਮੀਨੇਟਰ। ਕਿ ਸਿਗਨਲ ਹੈ ਜਦੋਂ ਮੇਨ ਕੇਬਲ ਦੇ ਟਰਾਂਸਫਰ ਹੁੰਦਾ, ਚਾਹੇ ਉਹ ਇਸ ਡਿਵਾਈਸ 'ਤੇ ਜਾਣਾ ਹੋਵੇ ਚਾਹੇ ਇਸ 'ਤੇ ਜਾਣਾ ਹੋਵੇ, ਤਾਂ ਸਿਗਨਲ ਹੈ ਜਿਹੜਾ ਇਸ ਮੇਨ ਕੇਬਲ ਦੇ ਥਰੂ ਟਰਾਂਸਫਰ ਹੁੰਦਾ। ਤਾਂ ਟਰਮੀਨੇਟਰ ਕੀ ਕਰਦਾ? ਜਦੋਂ ਸਿਗਨਲ ਕੇਬਲ ਦੇ ਐਂਡ 'ਤੇ ਪਹੁੰਚੇਗਾ ਤਾਂ ਟਰਮੀਨੇਟਰ ਉਹ ਸਿਗਨਲ ਨੂੰ ਅਬਜ਼ੋਰਬ ਕਰ ਲੈਂਦਾ। ਮੀਨਿੰਗ ਇੱਥੇ ਸਾਡਾ ਸਿਗਨਲ ਹੈ ਜਿਹੜਾ ਖਤਮ ਹੋ ਜਾਏਗਾ। ਜੇ ਟਰਮੀਨੇਟਰ ਨਹੀਂ ਲਗਾਵਾਂਗੇ ਤਾਂ ਇੱਥੋਂ ਸਿਗਨਲ ਫਿਰ ਬਾਊਂਸ ਬੈਕ ਹੋ ਜਾਂਦਾ, ਤਾਂ ਉਹਦੇ ਨਾਲ ਕੀ ਹੈ ਸਾਡਾ ਐਰਰਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਟਰਮੀਨੇਟਰ ਕੀ ਕਰਦੇ? ਸਿਗਨਲ ਨੂੰ ਐਬਜ਼ੋਰਬ ਕਰਦੇ ਆ। ਸੋ ਵਾਟ ਇਜ਼ ਬਸ ਟੋਪੋਲੋਜੀ? A bus topology is a single communication line or a cable that is shared by all the nodes. ਬਸ ਟੋਪੋਲੋਜੀ ਦੇ ਵਿੱਚ ਇੱਕ ਸਿੰਗਲ ਕੇਬਲ ਹੁੰਦੀ ਹੈ ਜਿਹੜੀ ਸਾਰੀਆਂ ਨੋਡਸ ਦੇ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ। ਸੈਕਿੰਡ ਪੁਆਇੰਟ ਕੀ ਹੈ? The various nodes are connected to bus cable by a drop line. ਜਿਹੜਾ ਆਪਾਂ ਦੇਖਿਆ ਸੀ ਕਿ ਹਰ ਇੱਕ ਡਿਵਾਈਸ ਹੈ ਜਿਹੜੀ ਮੇਨ ਕੇਬਲ ਦੇ ਨਾਲ ਡਰੋਪ ਲਾਈਨ ਦੇ ਨਾਲ ਅਟੈਚ ਹੁੰਦੀ ਹੈ। A drop line is a connection running between the devices and the main line. ਥਰਡ ਪੁਆਇੰਟ 'ਚ ਉਹਨਾਂ ਨੇ ਉਹੀ ਡਿਸਕਸ ਕੀਤਾ ਟਰਮੀਨੇਟਰ, ਜਿਹੜਾ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਦ ਮੇਨ ਲਾਈਨ ਔਰ ਕੇਬਲ ਐਂਡ ਵਿਦ ਦ ਟਰਮੀਨੇਟਰ ਦੈਟ ਐਬਜ਼ੋਰਬ ਦਾ ਸਿਗਨਲ। ਇਹ ਕੀ ਕਰੇਗਾ? ਸਿਗਨਲ ਨੂੰ ਐਬਜ਼ੋਰਬ ਕਰ ਲੈਂਦਾ ਹੈ। ਕਿ ਜਦੋਂ ਸਿਗਨਲ ਐਂਡ 'ਤੇ ਪਹੁੰਚੇਗਾ ਤਾਂ ਸਿਗਨਲ ਟਰਮੀਨੇਟਰ ਦੁਆਰਾ ਐਬਜ਼ੋਰਬ ਹੋ ਜਾਂਦਾ, ਬਾਊਂਸ ਬੈਕ ਨਹੀਂ ਹੁੰਦਾ। ਵੈਨ ਵਨ ਕੰਪਿਊਟਰ ਸੈਂਡ ਅ ਸਿਗਨਲ ਅਪ ਦਾ ਕੇਬਲ, ਜਦੋਂ ਕੋਈ ਕੰਪਿਊਟਰ ਕੇਬਲ ਦੇ ਥਰੂ ਸਿਗਨਲ ਸੈਂਡ ਕਰਦਾ ਹੈ ਤਾਂ ਇਹ ਸਿਗਨਲ ਹੈ ਜਿਹੜਾ ਸਾਰੇ ਕੰਪਿਊਟਰਸ ਦੇ ਦੁਆਰਾ ਰਿਸੀਵ ਹੁੰਦਾ। ਬਟ ਐਕਸੈਪਟ ਰਿਸੀਵ ਮਤਲਬ ਮਿਲਦਾ ਸਾਰਿਆਂ ਨੂੰ ਆ, ਬਟ ਐਕਸੈਪਟ ਕੌਣ ਕਰੂਗਾ? ਡਿਵਾਈਸ। ਕਿਹੜੀ ਡਿਵਾਈਸ ਕਰੂਗੀ? ਜਿਹਦਾ ਐਡਰੈਸ ਫੀਲਡ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਜਿਵੇਂ ਸਪੋਜ਼ ਸਾਡਾ ਅਸੀਂ ਕੋਈ ਸਿਗਨਲ ਕਿਸੇ ਡਿਵਾਈਸ ਨੇ ਪਾਸ ਕੀਤਾ, ਨੋਡ 1 ਨੇ ਸਪੋਜ਼ ਇੱਕ ਸਿਗਨਲ ਪਾਸ ਕੀਤਾ ਨੋਡ 4 ਦੇ ਲਈ, ਤਾਂ ਨੋਡ 1 ਦਾ ਜਿਹੜਾ ਸਿਗਨਲ ਹੈ ਨੋਡ 2 ਕੋਲੇ ਵੀ ਜਾਏਗਾ, 3 ਕੋਲੇ ਵੀ ਜਾਏਗਾ, 4 ਕੋਲੇ ਵੀ ਜਾਏਗਾ। ਬਟ ਉਹ ਸਿਗਨਲ ਦੇ ਵਿੱਚ ਐਡਰੈਸ ਕਿਹਦਾ ਹੈਗਾ? ਨੋਡ 4 ਦਾ ਐਡਰੈਸ ਹੈ। ਤਾਂ 2 ਅਤੇ 3 ਕੋਲੇ ਸਿਗਨਲ ਪਾਸ ਜ਼ਰੂਰ ਹੋਏਗਾ, ਬਟ ਇਹ ਸਿਗਨਲ ਇਹਨਾਂ ਦੁਆਰਾ ਐਕਸੈਪਟ ਨਹੀਂ ਕੀਤਾ ਜਾਏਗਾ। ਐਕਸੈਪਟ ਸਿਰਫ ਕੌਣ ਕਰੇਗੀ? ਨੋਡ 4 ਕਰੇਗੀ, ਜਿਹਦੇ ਲਈ ਇਹ ਸਿਗਨਲ ਹੈਗਾ। ਉਹੀ ਪੁਆਇੰਟ 'ਚ ਉਹ ਕਹਿ ਰਹੇ ਨੇ ਕਿ one computer send a signal, all the computers on the network receive the information, but message ਸਿਰਫ ਉਸੇ ਦੁਆਰਾ accept ਹੋਏਗਾ whose address is specified in the address field. Okay, next is next ਕੀ ਕਹਿ ਰਹੇ ਨੇ
ਕਿ ਜਿਹੜਾ ਸਿਗਨਲ ਹੈ ਜਦੋਂ ਮੇਨ ਕੇਬਲ ਦੇ ਵਿੱਚ ਟਰਾਂਸਫਰ ਹੁੰਦਾ ਹੈ ਤਾਂ ਇੱਕ ਡਿਵਾਈਸ ਕੋਲੇ ਜਾਂਦਾ, ਦੂਸਰੇ ਕੋਲੇ ਪਾਸ ਹੁੰਦਾ, ਸੋ ਔਨ ਟਰੈਵਲ ਕਰਦਾ, ਤਾਂ ਇਹ ਸਿਗਨਲ ਹੈ ਜਿਹੜਾ ਵੀਕ ਹੋ ਜਾਂਦਾ ਹੈ। As the signal travel along the main line, some of the energy is transformed into the heat. This weakens the signal. This put a limit on the number of taps that can be made on the main line and also on the distance between those taps. ਟੈਪ ਕਿੰਨੇ ਜਿੱਥੇ ਸਾਡੀਆਂ ਡ੍ਰੌਪ ਲਾਈਨਸ ਅਟੈਚ ਹੈ ਕਿ ਜਦੋਂ ਸਿਗਨਲ ਹੈ ਜਿਹੜਾ ਟਰਾਂਸਫਰ ਹੁੰਦਾ ਰਹਿੰਦਾ, ਇਹਦੇ ਨਾਲ ਹੀਟ ਵੀ ਜਨਰੇਟ ਹੁੰਦੀ ਹੈ ਜਿਹਦੇ ਨਾਲ ਉਹ ਸਿਗਨਲ ਵੀਕ ਹੁੰਦਾ ਜਾਂਦਾ ਅਤੇ ਇਹਦੇ ਨਾਲ ਟੈਪਸ ਨੂੰ ਟਰੈਵਲ ਕਰਨ ਦੀ ਜਿਹੜੀ ਉਹਦੀ ਐਫੀਸ਼ੀਐਂਸੀ ਹੈ ਘਟਦੀ ਜਾਂਦੀ ਹੈ। ਦੈਟ ਮੀਨ ਕਿ ਜੇ ਅਸੀਂ ਨੰਬਰ ਆਫ ਡਿਵਾਈਸਿਸ ਜ਼ਿਆਦਾ ਲਾਈਏ ਤਾਂ ਸਿਗਨਲ ਹੈ ਜਿਹੜਾ ਉਹ ਟਰਾਂਸਫਰ ਨਹੀਂ ਹੋ ਪਾਏਗਾ ਸਾਰੀਆਂ ਡਿਵਾਈਸਿਸ ਤੱਕ। What are the advantages of bus topology? It is easy to install, understand and used for the small networks. Cost ਇਹਦੀ ਲੈਸ ਹੁੰਦੀ ਹੈ, ਸਿਰਫ ਇੱਕ ਹੀ ਮੇਨ ਕੇਬਲ ਲਗਾਉਣੀ ਹੈ and the least amount of cable is required to connect the computers. Expansion is easier. ਜੇ ਅਸੀਂ ਹੋਰ ਨੋਡਸ ਇਹਦੇ ਨਾਲ ਲਗਾਉਣੀਆਂ ਹੋਣ ਤਾਂ ਅਸੀਂ ਸਿਰਫ ਕੀ ਕਰਨਾ ਹੈ, ਕੰਪਿਊਟਰ ਨੂੰ ਡ੍ਰੌਪ ਲਾਈਨ ਦੇ ਥਰੂ ਮੇਨ ਲਾਈਨ ਦੇ ਨਾਲ ਅਟੈਚ ਕਰਨਾ ਹੈ। Failure of one node does not affect the network. ਇੱਕ ਨੋਡ ਅਗਰ ਕਲੈਸ਼ ਵੀ ਹੋ ਜਾਂਦੀ ਹੈ ਤਾਂ ਉਹਦੇ ਨਾਲ ਸਾਡਾ ਪੂਰਾ ਨੈਟਵਰਕ ਕਲੈਸ਼ ਨਹੀਂ ਹੁੰਦਾ ਗਾ, ਉਹ ਸਿਰਫ ਇੱਕ ਨੋਡ ਹੈ ਜਿਹੜੀ ਉਹ ਅਸੀਂ ਰਿਮੂਵ ਕਰ ਦਾਂਗੇ, ਬਾਕੀ ਨੈਟਵਰਕ ਸਾਡਾ ਉਵੇਂ ਕੰਮ ਕਰਦਾ ਰਹਿੰਦਾ। ਵਾਟ ਆਰ ਦਾ ਡਿਸਐਡਵਾਂਟੇਜਸ? ਕਿ ਅਗਰ ਮੇਨ ਲਾਈਨ ਫੇਲ ਹੋ ਗਈ ਦੈਟ ਮੀਨ ਕਿ ਇੰਟਾਇਰ ਨੈਟਵਰਕ ਵਿਲ ਕੋਲੈਪਸ। In this topology only the limited number of devices can be included. ਇਹਦੇ ਵਿੱਚ ਸਿਰਫ ਅਸੀਂ limited number of devices ਲਗਾ ਸਕਦੇ ਹਾਂ। ਕਿਉਂ? ਕਿਉਂਕਿ ਜੇ ਜ਼ਿਆਦਾ devices ਹੋਣਗੇ ਤਾਂ signal will weak ਹੋ ਜਾਏਗਾ ਸਿਗਨਲ ਉਹਦੇ 'ਤੇ। It is difficult to diagnose a fault in the system as single communication channel is shared by the network. ਫਾਲਟ ਕਿੱਥੇ ਆਇਆ? ਜੇ ਸਾਡਾ ਸਿਗਨਲ ਕੋਈ ਐਰਰ ਦੇ ਰਿਹਾ ਤਾਂ ਸਾਨੂੰ ਸਾਰੀਆਂ ਡਿਵਾਈਸਿਸ ਦੇ ਕੋਲੇ ਜਾ ਕੇ ਚੈੱਕ ਕਰਨਾ ਪਏਗਾ ਕਿ ਕਿਹੜੀ ਡਿਵਾਈਸ ਦੇ ਵਿੱਚ ਐਰਰ ਹੈ, ਜਾਂ ਪੂਰੀ ਲਾਈਨ ਦੇ ਵਿੱਚ ਸਾਨੂੰ ਚੈੱਕ ਕਰਨਾ ਪੈਣਾ ਕਿ ਐਰਰ ਕਿੱਥੇ ਆ ਰਹੀ ਹੈ। ਸ਼ੇਅਰਿੰਗ ਅ ਸਿੰਗਲ ਕਮਿਊਨੀਕੇਸ਼ਨ ਚੈਨਲ ਰਿਜ਼ਲਟ ਇਨ ਸਲੋਅਰ ਐਕਸੈਸ ਟਾਈਮ। ਜੇ ਇੱਕ ਨੋਡ 1 ਤੋਂ ਅਸੀਂ ਨੋਡ 4 'ਤੇ ਟਰੈਵਲ ਕਰਨਾ ਤਾਂ ਸਾਨੂੰ ਜ਼ਿਆਦਾ ਟਾਈਮ ਲੱਗੇਗਾ ਕਿਉਂਕਿ ਅਸੀਂ ਸੀਕੁਐਂਸ ਵਾਈਜ਼ ਫੋਲੋ ਕਰਨਾ ਪੈਣਾ ਅਤੇ ਇਹਦੇ ਨਾਲ ਜਿਹੜਾ ਐਕਸੈਸ ਟਾਈਮ ਉਹਦਾ ਸਲੋ ਹੋ ਜਾਂਦਾ। ਓਕੇ, ਦਿਸ ਵਾਜ਼ ਬਸ ਟੋਪੋਲੋਜੀ। Next topic is the ring topology. Ring ਦੇ ਵਿੱਚ ਕੀ ਹੈ? As from the diagram we can see ਕਿ ਸਾਰੀਆਂ ਨੋਡਸ ਆ ਜਿਹੜੀਆਂ ਇੱਕ ਰਿੰਗ ਫਾਰਮ ਦੇ ਵਿੱਚ ਇੱਕ ਦੂਸਰੇ ਨਾਲ ਅਟੈਚਡ ਹੈ। ਨੋਡ 1, ਨੋਡ 2, ਨੋਡ 3 ਐਂਡ ਸੋ ਔਨ। ਐਂਡ ਵੀ ਕੈਨ ਸੀ ਕਿ ਜਿਹੜਾ ਡਾਟਾ ਫਲੋ ਹੋ ਰਿਹਾ ਸਿੰਗਲ ਡਾਇਰੈਕਸ਼ਨ 'ਚ ਹੋ ਰਿਹਾ। ਨੋਡ 1 ਤੋਂ ਡਾਟਾ ਨੋਡ 2 'ਤੇ ਜਾਏਗਾ, ਨੋਡ 2 ਤੋਂ ਨੋਡ 3 'ਤੇ। ਤਾਂ ਇਹਦੇ ਵਿੱਚ ਕੀ ਹੋਏਗਾ ਕਿ ਜੇ ਅਸੀਂ ਨੋਡ 1 ਤੋਂ ਡਾਟਾ ਟਰਾਂਸਫਰ ਕਰਨਾ ਨੋਡ 5 'ਤੇ ਤਾਂ ਸਾਨੂੰ ਸਾਰੀਆਂ ਨੋਡਸ ਨੂੰ ਟਰਾਂਵਰਸ ਕਰਨਾ ਪੈਣਾ, ਨੋਡ 1 ਤੋਂ ਨੋਡ 2, 3, 4 ਐਂਡ ਦੈਨ ਡਾਟਾ ਜਿਹੜਾ ਸਾਡਾ ਨੋਡ 5 'ਤੇ ਡਿਲੀਵਰ ਹੋਏਗਾ। ਓਕੇ, ਡੈਫੀਨੇਸ਼ਨ 'ਚ ਕੀ ਕਹਿ ਰਹੇ ਆ? In ring topology, the various nodes are connected in the form of ring or a circle. Second point, there is no beginning or end that need to be terminated. ਜਿਵੇਂ ਬਸ ਟੋਪੋਲੋਜੀ ਦੇ ਵਿੱਚ ਦੋਨੋਂ ਸਾਈਡ ਅਸੀਂ ਟਰਮੀਨੇਟਰ ਲਗਾਏ ਹੋਏ ਸੀ ਟੂ ਅਬਜ਼ੌਰਬ ਦਾ ਸਿਗਨਲ, ਬਟ ਇਹਦੇ ਵਿੱਚ ਕੀ ਹੈ ਕਿਉਂਕਿ ਸਾਰੀਆਂ ਡਿਵਾਈਸਿਸ ਰਿੰਗ ਫਾਰਮ ਦੇ ਵਿੱਚ ਹੈ, ਇਹਦੇ ਵਿੱਚ ਕੋਈ ਸਟਾਰਟ ਨਹੀਂ ਕੋਈ ਐਂਡ ਨਹੀਂ, ਸੋ ਅਸੀਂ ਟਰਮੀਨੇਟਰਸ ਨਹੀਂ ਲਗਾ ਸਕਦੇ। Each device or node has a dedicated point to point line ਕਿ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ, ਜਿਵੇਂ ਨੋਡ 1 ਤੋਂ ਨੋਡ 2 ਤੱਕ ਇੱਕ ਡੈਡੀਕੇਟਿਡ ਲਾਈਨ ਹੈ ਕਿ ਸਿਰਫ ਸਿੰਗਲ ਲਾਈਨ ਹੈ ਜਿਹੜੀ ਨੋਡ 1 ਤੋਂ ਨੋਡ 2 'ਤੇ ਟਰੈਵਲ ਕਰਦੀ ਹੈ। ਸਿਗਨਲ ਇਜ਼ ਪਾਸਡ ਅਲੋਂਗ ਦਾ ਰਿੰਗ ਇਨ ਵਨ ਡਾਇਰੈਕਸ਼ਨ। ਆਪਾਂ ਡਿਸਕਸ ਕਰ ਲਿਆ ਕਿ ਇੱਕ ਡਾਇਰੈਕਸ਼ਨ 'ਚ ਜਿਹੜਾ ਸਿਗਨਲ ਆ ਟਰਾਂਸਫਰ ਹੁੰਦਾ। ਈਚ ਡਿਵਾਈਸ ਇਨ ਰਿੰਗ ਇਨਕੋਰਪੋਰੇਟ ਆ ਰਿਪੀਟਰ, ਅਤੇ ਹਰ ਇੱਕ ਜਿਹੜੀ ਨੋਡ ਹੈ ਹਰ ਇੱਕ ਨੋਡ ਦੇ ਵਿੱਚ ਇੱਕ ਰਿਪੀਟਰ ਵੀ ਲੱਗਿਆ ਹੁੰਦਾ। ਰਿਪੀਟਰ ਕੀ ਕਰਦਾ? ਸਿਗਨਲ ਨੂੰ ਦੁਬਾਰਾ ਸਟਰੋਂਗ ਕਰ ਦਿੰਦਾ ਕਿ ਜੇ ਸਿਗਨਲ ਟਰੈਵਲ ਕਰਦਾ ਵੀਕ ਵੀ ਹੋ ਗਿਆ ਤਾਂ ਰਿਪੀਟਰ ਆ ਜਿਹੜਾ ਉਹਨੂੰ ਸਿਗਨਲ ਨੂੰ ਇੱਕਦਮ ਉਹਨੂੰ ਰਿਪੀਟ ਕਰ ਦੇਗਾ ਸਿਗਨਲ ਨੂੰ। When the device receive a signal intended for another device, ਕਿ ਜਦੋਂ ਕਿਸੇ ਵੀ ਡਿਵਾਈਸ ਨੇ ਕੋਈ ਸਿਗਨਲ ਰਿਸੀਵ ਕੀਤਾ ਉਹ ਕਿਸੇ ਹੋਰ ਡਿਵਾਈਸ ਲਈ, ਜਿਵੇਂ ਸਿਗਨਲ ਅਸੀਂ ਪਾਸ ਕਰਨਾ ਨੋਡ 4 ਨੂੰ, ਤਾਂ ਫਿਲਹਾਲ ਨੋਡ 1 ਤੋਂ ਨੋਡ 4 ਨੂੰ ਟਰਾਂਸਫਰ ਕਰਨਾ ਹੈ ਤਾਂ ਸਿਗਨਲ ਪਹਿਲਾਂ ਨੋਡ 2 ਕੋਲੇ ਆਏਗਾ, ਫਿਰ ਨੋਡ 3 ਕੋਲੇ ਆਏਗਾ, ਫਿਰ ਨੋਡ 4 ਕੋਲੇ ਜਾਏਗਾ ਨਾ। ਤਾਂ ਜਦੋਂ ਸਿਗਨਲ ਨੋਡ 2 ਕੋਲੇ ਆਉਂਦਾ ਤਾਂ ਨੋਡ 2 ਉਹਨੂੰ ਸਿਗਨਲ ਨੂੰ ਦੁਬਾਰਾ ਕੀ ਕਰ ਦਿੰਦੀ ਹੈ?
ਦੁਬਾਰਾ ਉਹਨੂੰ ਸਟਰੋਂਗ ਕਰ ਦਿੰਦੀ ਹੈ। ਠੀਕ ਹੈ, ਵੈਨ ਅ ਡਿਵਾਈਸ ਰਿਸੀਵ ਅ ਸਿਗਨਲ ਇੰਟੈਂਡਡ ਫॉर ਅਨਦਰ ਡਿਵਾਈਸ ਇਟ ਰਿਪੀਟਰ ਰੀਜਨਰੇਟ ਦਾ ਬਿਟਸ, ਉਹ ਸਿਗਨਲ ਨੂੰ ਰੀਜਨਰੇਟ ਕਰ ਦਿੰਦੇ ਹਨ, ਪਾਸ ਉਹਨੂੰ ਅੱਗੇ ਫਰਦਰ ਪਾਸ ਕਰ ਦਿੰਦੀ ਹੈ। ਰਿੰਗ ਟੋਪੋਲੋਜੀ ਦੇ ਵਿੱਚ ਦੋ ਟਾਈਪਸ ਨੇ, ਸਿੰਗਲ ਰਿੰਗ ਜਿਹੜੀ ਆਪਾਂ ਹੁਣ ਡਾਇਗਰਾਮ 'ਚ ਦੇਖ ਰਹੇ ਸੀ ਕਿ ਵਨ ਡਾਇਰੈਕਸ਼ਨ ਫਲੋ ਹੈਗੀ ਹੈ, ਐਂਡ ਸੈਕਿੰਡ ਇਜ਼ ਦਾ ਡਿਊਲ ਰਿੰਗ। ਡਿਊਲ ਰਿੰਗ ਦਾ ਸਾਨੂੰ ਬੈਨੀਫਿਟ ਕੀ ਹੋਏਗਾ ਕਿ ਡਾਟਾ ਇਹਦੇ ਵਿੱਚ ਡਬਲ ਡਾਇਰੈਕਸ਼ਨ 'ਚ ਫਲੋ ਕਰਦਾ ਹੈ, ਨੋਡ 1 ਟੂ ਦੋਨੋਂ ਡਾਇਰੈਕਸ਼ਨ 'ਚ ਸਾਡਾ ਡਾਟਾ ਫਲੋ ਕਰ ਰਿਹਾ। ਹੁਣ ਜੇ ਆਪਾਂ ਨੋਡ 1 ਤੋਂ ਨੋਡ 5 ਤੇ ਡਾਟਾ ਸੈਂਡ ਕਰਨਾ ਤਾਂ ਵੀ ਕੈਨ ਟਰੈਵਲ ਫਰਮ ਦਿਸ ਵੇ, ਨੋਡ 6 ਤੇ ਡਾਟਾ ਸੈਂਡ ਕੀਤਾ, ਨੋਡ 6 ਟੂ ਨੋਡ 5। ਦਾ ਬੈਨੀਫਿਟ ਕੀ ਹੋ ਗਿਆ ਕਿ ਸਾਡਾ ਪ੍ਰੋਸੈਸਿੰਗ ਟਾਈਮ ਜਾਂ ਸਾਡਾ ਡਾਟਾ ਸੈਂਡਿੰਗ ਟਾਈਮ ਰਿਡਿਊਸ ਹੋ ਜਾਏਗਾ। ਓਕੇ, ਇਹਦੇ ਵਿੱਚ ਟੋਕਨ ਪਾਸਿੰਗ ਹੈ ਜਿਹੜਾ ਆਪਾਂ ਇੱਕ ਵਾਰੀ ਫਿਲਹਾਲ ਛੱਡ ਦਿਓ। ਵਾਟ ਆਰ ਦਾ ਐਡਵਾਂਟੇਜਸ ਆਫ ਰਿੰਗ ਟੋਪੋਲੋਜੀ? देयर इज़ नो मास्टर कंप्यूटर और कंट्रोलर, हर कंप्यूटर का इक्वल चांस होंदा है टू प्लेस द डाटा एंड टू एक्सेस द टोकन्स। देयर इज़ नो कोलिजन्स, डाटा पैकेट्स ट्रैवल एट ग्रेटर स्पीड, इट इज़ ईजी टू लोकेट द प्रॉब्लम विद डिवाइस एंड केबल। जे कोई फॉल्ट भी आता तो असी नोट्स के हर एक नोट नू चैक करके ईजिली वो चो फॉल्ट सर्च कर सकते हैं। वाट आर द डिसएडवांटेजेस? रिंग नैटवर्क रिक्वायर मोर केबल दैन अ बस नैटवर्क। ये सानू हुण बस टोपोलॉजी सिर्फ सिंगल लाइन चाहिए सी, ये सानू मल्टीपल लाइन्स चाहिए टू कनैक्ट ईच एंड एवरी डिवाइस। अ ब्रेक इन केबल रिंग ब्रिंग डाउन द इंटायर नैटवर्क। अगर एक भी डिवाइस विचों रिंग चों सर्कल चों खराब होगी तो सारा नैटवर्क है जिहड़ा डाउन हो जाएगा। एडिशन या रिमूवर है जिहड़ा एडिंग और रिमूविंग द नोड डिस्टर्ब द नैटवर्क एक्टिविटी। अगर आप कोई नवी नोड ऐड करनी है या रिमूव करनी है वो सानू एक बार नैगेटिव जिहड़ा नैटवर्क है वो प्रोसैसिंग स्टॉप करनी पेगी। इन रिंग नैटवर्क कम्युनिकेशन डिले इज़ डायरैक्टली प्रोपोर्शनल टू नंबर ऑफ द नोड्स, कि जिन्नियां भी नंबर ऑफ नोड्स ज़्यादा होणगियां उन्नी साडी कम्युनिकेशन, वट इज़ कम्युनिकेशन, डाटा ट्रांसफर, तो एक नोड तो दूसरी नोड ते डाटा ट्रांसफर करन दा टाइम ज़्यादा होएगा। ठीक है बेटा। एंड थर्ड इज़ स्टार टोपोलॉजी। स्टार टोपोलॉजी की है, सेंटर दे विच एक कंट्रोलर लगाया होया, उन्होंने आपां हब कह दिंदे आ। सारियां डिवाइसिस आ जिहड़ियां हब दे नाल अटैच्ड है, हब दे नाल सारियां डिवाइसिस अटैच है। हुण अगर इस डिवाइस ने, डिवाइस ए ने डिवाइस बी नूं डाटा सेंड करना तो फर्स्ट ए विल सेंड इट्स डाटा टू द हब या कंट्रोलर एंड दैन कंट्रोलर विल पास इट्स डाटा टू डिवाइस बी। ठीक है, तो ये सारा जी प्रोसैसिंग है सेंट्रलाइज्ड होंदी है। दिस टोपोलॉजी हैज़ सेंट्रल कंट्रोलर नोन एज हब। ईच कंप्यूटर इन द नैटवर्क हैज़ अ डेडिकेटेड पॉइंट टू द सेंट्रल कंट्रोलर। तो हर एक डिवाइस है जी एक डेडिकेटेड लाइन मीनिंग एक फिक्स लाइन के नाल कंट्रोलर के नाल अटैच की होंदी है। देयर इज़ नो डायरैक्ट लिंक बिटवीन द कंप्यूटर्स। कंप्यूटर का आपस में कोई डायरैक्ट लिंक नहीं होंदा, कंट्रोलर के थ्रू ही एक दूसरे के नाल कम्युनिकेट करती हैं। ठीक है, रूटिंग फंक्शन है जिहड़ा, रूटिंग मीनिंग कि किहड़ी डिवाइस नूं किहड़ा डाटा सेंड करना है, किहड़ी डिवाइस का एड्रैस हैगा उन्होंने असीं फरदर डाटा सेंड करना। तो रूटिंग फंक्शन इज़ ऑल्सो परफॉर्म्ड बाय द सेंट्रल कंट्रोलर विच सेंट्रली कंट्रोल द कम्युनिकेशन। कि फिर आप जी एग्जाम्पल हमने डिस्कस की कि जे कंप्यूटर ए ने डाटा सेंड करना कंप्यूटर बी नूं, तो ए विल सेंड इट्स डाटा टू द कंट्रोलर एंड दैन कंट्रोलर विल सेंड इट्स डाटा टू कंप्यूटर बी। हर एक क्वेश्चन के नाल तुसीं उहदी डायग्राम एडवांटेजेस डिसएडवांटेजेस जरूर मैंशन करने हैं। एडवांटेजेस की है? इट इज़ ईजी टू ऐड न्यू नोड्स और मॉडिफाई एन एग्जिस्टिंग नोड विदाउट डिस्टर्बिंग द नैटवर्क। असीं इहदे च जिहड़ियां नोड्स ने जां डिवाइसिस ने ईजिली अटैच कर सकते हो। एडिशन ऑफ न्यू नोड डज नॉट इनक्रीज कम्युनिकेशन डिले। अगर जिमें रिंग दे विच होर डिवाइसिस लगा देंदे सी तां कम्युनिकेशन डिले आउंदा सी ना, क्योंकि आपां नूं नोड्स ज़्यादा ट्रांसवर्स करनियां पैंदियां सी। तां इहदे विच अगर आपां नवीं नोड एक लगा भी दिंदे आ तां इहदे नाल साडे कोले कम्युनिकेशन डिले दी प्रॉब्लम नहीं आउंदी। अगर कोई भी एक डिवाइस विचों फेल हो जाती है ना, उहनूं असीं रिमूव कर दांगे तां साडा बाकी सिस्टम चलदा रहूगा, साडा सिस्टम कोलैप्स नहीं करूगा। अगर कोई प्रॉब्लम आती है तो इट इज़ ईजी टू फाइंड द डिवाइस, किहड़ी डिवाइस तो प्रॉब्लम आ रही है, एंड कोई केबल प्रॉब्लम है तो वह भी असीं ईजिली आइडेंटिफाई कर सकते हैं। वाट आर द डिसएडवांटेजेस?
ਇਫ ਦ ਸੈਂਟਰਲ ਕੰਟਰੋਲਰ ਔਰ ਹਬ ਫੇਲਸ, ਅਗਰ ਜਿਹੜੀ ਹਬ ਹੈ ਉਹੀ ਫੇਲ ਹੋ ਗਈ ਤਾਂ ਸਾਡਾ ਸਾਰਾ ਨੈਟਵਰਕ ਹੈ ਜਿਹੜਾ ਬ੍ਰੇਕਡਾਊਨ ਹੋ ਜਾਏਗਾ। ਕੇਬਲਿੰਗ ਕਾਸਟ ਇਜ਼ ਮੋਰ ਐਜ਼ ਈਚ ਨੋਡ ਇਜ਼ ਕਨੈਕਟਡ ਇੰਡੀਵਿਜੂਅਲੀ ਟੂ ਹਬ, ਕਿਉਂਕਿ ਹਰ ਇੱਕ ਡਿਵਾਈਸ ਹੈ ਜਿਹੜੀ ਅਲੱਗ-ਅਲੱਗ ਲਾਈਨ ਯੂਜ਼ ਕਰਕੇ ਹਬ ਦੇ ਨਾਲ ਅਟੈਚਡ ਆ, ਤਾਂ ਇਹਦੀ ਕਾਸਟ ਹੈ ਜਿਹੜੀ ਜ਼ਿਆਦਾ ਹੋਏਗੀ। ਥੀਸ ਵਰ ਦਾ 3 ਟੋਪੋਲੋਜੀਜ਼, 3 ਡਿਸਕਸ ਕੀਤੀਆਂ, ਬਾਕੀ ਰਿਮੇਨਿੰਗ 3 ਵੀ ਵਿਲ ਡਿਸਕਸ ਇਨ ਦਾ ਨੈਕਸਟ lecture. Ask for any queries.